हाई एवरीवन वेलकम बैक टू माई यूट्यूब चैनल। सो अज असी करते हैं चैप्टर 1 जोड़ा हसनस अटेंडेंस प्रॉब्लम क्लास 12th पंजाब बोर्ड का। असी चैप्टर नू थॉरली रीड करन लगे हाँ। सो ध्यान नाल सुन लियो, समझ लियो। चैप्टर की असी प्रॉपर वे नाल रीडिंग करांगे और कुछ ਜਿਹੜੇ इंपॉर्टेंट ਜਾਂ ਕਹਿ ਲਓ ਕਿ ਡਿਫਿਕਲਟ ਵਰਡਸ ਹੁੰਦੇ ਆ ਉਹਨਾਂ ਦੀ ਵੀ ਪੰਜਾਬੀ ਨੂੰ ਅਸੀਂ ਸਮਝਾਂਗੇ ਕਿ ਇੱਕ ਸ਼ਬਦ ਨੂੰ ਕੀ ਕਹਿੰਦੇ ਆ। ਬੇਸਿਕਲੀ ਮੇਰਾ ਮੋਟਿਵ ਇਹ ਹੁੰਦਾ ਕਿ ਮੈਂ ਇੱਕ ਵਰਡ ਦੀ ਟਰਾਂਸਲੇਸ਼ਨ ਕਰਕੇ ਦੱਸਾਂ, ਸਪੈਸ਼ਲੀ ਜਿਹੜੇ ਡਿਫਿਕਲਟ ਵਰਡਸ ਆ, ਸੋ ਦੈਟ ਕਿ ਤੁਹਾਨੂੰ ਆਪਣੇ ਆਪ ਇੰਗਲਿਸ਼ ਬਣਾਉਣ ਦੇ ਵਿੱਚ, ਇੰਗਲਿਸ਼ ਸਮਝਣ ਅਤੇ ਇੰਗਲਿਸ਼ ਬੋਲਣ, ਲਿਖਣ, ਪੜ੍ਹਨ ਦੇ ਵਿੱਚ ਕੋਈ ਦਿੱਕਤ ਨਾ ਆਵੇ। ਰਾਈਟ, ਸੋ ਮੇਰਾ ਮੋਟਿਵ ਤਾਂ ਇਹੀ ਆ। ਅਤੇ ਆਪਾਂ ਕਰਦੇ ਹਾਂ ਸਟਾਰਟ ਫਿਰ। ਠੀਕ ਹੈ ਜੀ। ਐਜ਼ ਹੀ ਵੋਜ਼ ਵੈਰੀ ਬ੍ਰਾਈਟ, Hassan would invariably get the first class in exam। ਇਨਵੈਰੀਬਲੀ ਕੀ ਹੁੰਦਾ ਆ? ਹਮੇਸ਼ਾ ਦੀ ਤਰ੍ਹਾਂ, ਆਲਵੇਜ਼ ਦੀ ਤਰ੍ਹਾਂ। ਕਹਿੰਦੇ ਜਿੱਦਾਂ ਕਿ ਹਸਨ ਬ੍ਰਾਈਟ ਸੀ, ਪੜ੍ਹਨ 'ਚ ਅੱਛਾ ਸੀ, ਉਸ ਹਿਸਾਬ ਨਾਲ ਉਹ ਕੀ ਕਰ ਲੈਂਦਾ ਸੀਗਾ, ਹਮੇਸ਼ਾ ਕਲਾਸ ਦੇ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਹੁੰਦਾ ਸੀ। ਹਾਊਐਵਰ ਮੀਨਸ ਬਟ, ਪਰ before the exam started every semester this drama with Hassan would be repeated। ਕਿ ਹਰ ਸਮੈਸਟਰ ਦੀ ਸ਼ੁਰੂਆਤ ਜਦੋਂ ਹੋਣੀ ਹੁੰਦੀ ਆ, ਹਰ ਸਮੈਸਟਰ ਦੇ ਵਿੱਚ ਜਿਹੜਾ ਆ ਐਗਜ਼ਾਮਸ ਦੇ ਨੇੜੇ, ਜਦੋਂ ਐਗਜ਼ਾਮ ਸਟਾਰਟ ਹੋਣੇ ਹੁੰਦੇ ਉਦੋਂ ਇਹ ਡਰਾਮਾ ਚੱਲਦਾ ਹੀ ਹੁੰਦਾ ਸੀਗਾ। ਕਿਹੜਾ ਡਰਾਮਾ? ਕਿ ਲੀਵ ਜਿਹੜੀ ਆ, ਮੀਨਸ ਕਿ ਛੁੱਟੀਆਂ ਜਿਹੜੀਆਂ ਉਹ ਕਾਊਂਟ ਨਾ ਕਰੋ ਜੀ, ਅਤੇ ਮੈਨੂੰ ਮੀਨਸ ਕਿ ਅਟੈਂਡੈਂਸ ਜਿਹੜੀ ਉਹ ਦੇ ਦਿਓ ਤਾਂ ਜੋ ਕਿ ਮੈਂ ਕਲਾਸ 'ਚ ਬੈਠ ਸਕਾਂ। ਸੋ ਉਹਦਾ ਇਹ ਡਰਾਮਾ ਚੱਲਦਾ ਹੀ ਹੁੰਦਾ ਸੀ। ਆਈ ਵੁੱਡ ਗੈਟ ਅਪਸੈਟ, ਕਹਿੰਦੇ ਮੈਂ ਅਪਸੈਟ ਹੋ ਜਾਂਦੀ ਸੀ। ਥ੍ਰੈਟਨ ਮਤਲਬ ਉਹਨੂੰ ਧਮਕੀ ਵੀ ਦਿੰਦੀ ਸੀ ਵੀ ਤੂੰ ਪੜ੍ਹ ਲਾ, ਨਹੀਂ ਤਾਂ ਤੈਨੂੰ ਫੇਲ ਕਰ ਦੇਵਾਂਗੇ, ਨਹੀਂ ਤਾਂ ਤੈਨੂੰ ਬੈਠਣ ਨਹੀਂ ਦੇਣਾ। ਐਂਡ ਅਲਟੀਮੇਟਲੀ ਗਿਵਨ, ਕਹਿੰਦੇ ਅਲਟੀਮੇਟਲੀ ਮੀਨਸ ਕਿ ਇਨ ਦੀ ਐਂਡ, ਅੰਤ ਨੂੰ। ਕਹਿੰਦੇ ਤੇ ਪਰ ਅੰਤ ਨੂੰ ਕਦੇ ਕਦੇ ਆਲਮੋਸਟ ਕਹਿੰਦੇ ਮੈਨੂੰ ਇਹ ਗੱਲ ਛੱਡਣੀ ਹੀ ਪੈਂਦੀ ਸੀ ਕਿਉਂਕਿ ਉਹ ਰੈਗੂਲਰ ਹੁੰਦਾ ਹੀ ਨਹੀਂ ਸੀਗਾ। ਈਚ ਟਾਈਮ ਹਸਨ ਵੁੱਡ ਪ੍ਰੋਮਿਸ ਟੂ ਇੰਪਰੂਵ ਹਿਜ਼ ਅਟੈਂਡੈਂਸ ਰਿਕਾਰਡ and for 1 week would attend all classes, then the same old story would follow। ਕਹਿੰਦੇ ਹਸਨ ਹਰ ਵਾਰੀ ਕਹਿੰਦਾ ਸੀ ਕਿ ਮੈਂ ਆਪਣੀ ਇਸ ਪ੍ਰੋਬਲਮ ਨੂੰ ਇੰਪਰੂਵ ਕਰਾਂਗਾ, ਮੈਂ ਪ੍ਰੋਮਿਸ ਕਰਦਾ ਹਾਂ ਤੁਹਾਡੇ ਨਾਲ, ਪਰ ਕਹਿੰਦੇ ਹਰ ਇੱਕ ਵੀਕ, ਸਿਰਫ ਇੱਕ ਵੀਕ ਹੀ ਉਹ ਅੱਛਾ ਕੱਢਦਾ ਸੀਗਾ, ਇੱਕ ਵੀਕ ਹੀ ਉਹ ਰੈਗੂਲਰ ਰਹਿੰਦਾ ਸੀਗਾ। ਉਸ ਤੋਂ ਬਾਅਦ ਫਿਰ ਉਹਦੀ ਓਲਡ ਕਹਾਣੀ, ਮੈਂ ਠੀਕ ਨਹੀਂ ਸੀ, ਮੈਂ ਇੱਦਾਂ, ਮੈਂ ਉੱਦਾਂ, ਅਤੇ ਮੈਂ ਇਸ ਕਰਕੇ ਨਹੀਂ ਆਇਆ ਸੀ। ਈਚ ਟਾਈਮ ਹੀ ਹੈਡ ਅ ਡਿਫਰੈਂਟ ਰੀਜ਼ਨ ਫॉर ਹਿਜ਼ ਐਬਸੈਂਸ। ਕਹਿੰਦੇ ਹਰ ਵਾਰੀ ਉਹਦਾ ਇੱਕ ਡਿਫਰੈਂਟ, ਇੱਕ ਅਲੱਗ ਰੀਜ਼ਨ ਹੁੰਦਾ ਸੀਗਾ ਉਹਦੀ ਐਬਸੈਂਸ ਦਾ, ਫॉर ਹਿਜ਼ ਐਬਸੈਂਸ। ਐਬਸੈਂਟ ਰਹਿਣ ਦਾ ਇੱਕ ਅਲੱਗ ਹੀ ਰੀਜ਼ਨ ਹੁੰਦਾ ਸੀ ਉਹਦਾ ਆਲਵੇਜ਼। ਅਨਫੋਰਚੂਨੇਟਲੀ ਦੇ ਆਲਵੇਜ਼ ਸੀਮਡ ਜੈਨੂਇਨ ਟੂ ਮੀ। ਜੈਨੂਇਨ ਹੁੰਦਾ ਆਮ ਜਾਂ ਨੋਰਮਲ। ਕਹਿੰਦੇ ਅਨਫੋਰਚੂਨੇਟਲੀ, ਫੋਰਚੂਨੇਟ ਹੁੰਦਾ ਭਾਗ, ਚੰਗੀ ਕਿਸਮਤ, ਬਟ ਅਨਫੋਰਚੂਨੇਟ ਕੀ ਹੁੰਦਾ ਆ? ਮੰਦਭਾਗੀ, ਮਾੜੀ ਕਿਸਮਤ। ਕਹਿੰਦੇ ਪਰ ਮਾੜੀ ਕਿਸਮਤ ਨਾਲ ਉਹਦੇ ਜਿਹੜੇ ਰੀਜ਼ਨਸ ਹੁੰਦੇ ਸੀਗੇ ਮੈਨੂੰ ਹਮੇਸ਼ਾ ਨੋਰਮਲ, ਜੈਨੂਇਨ ਲੱਗਦੇ ਸੀ। ਕਦੇ ਐਂ ਨਹੀਂ ਸੀ ਲੱਗਦਾ ਵੀ ਉਹ ਬਹਾਨੇ ਮਾਰਦਾ ਪਿਆ, ਮਤਲਬ ਇੱਕ ਨੋਰਮਲ ਹੀ ਲੱਗਦਾ ਹੁੰਦਾ ਸੀ ਕਿ ਸ਼ਾਇਦ ਹਾਂ ਸੱਚੀ ਇੱਦਾਂ ਹੀ ਹੋਊਗਾ। ਵੰਸ ਆਈ ਗੋਟ ਟਾਇਰਡ ਆਫ ਹਿਜ਼ ਸਟੋਰੀਜ਼ ਐਂਡ ਕਾਲਡ ਹਿਜ਼ ਪੇਰੈਂਟਸ। ਕਹਿੰਦੇ ਇੱਕ ਵਾਰੀ ਮੈਂ ਉਹਦੀਆਂ ਕਹਾਣੀਆਂ ਤੋਂ ਜ਼ਿਆਦਾ ਹੀ ਪਰੇਸ਼ਾਨ ਹੋ ਗਈ, ਜ਼ਿਆਦਾ ਹੀ ਥੱਕ ਗਈ, ਅਤੇ ਮੈਂ ਉਹਦੇ ਪੇਰੈਂਟਸ ਨੂੰ ਬੁਲਾਇਆ ਸਕੂਲ ਦੇ ਵਿੱਚ। ਅਤੇ ਦੇਖੋ ਹੁਣ ਟੀਚਰ ਦੇ ਡਾਇਲੋਗਸ। ਯਰ ਸਨ ਇਜ਼ ਅ ਬ੍ਰਾਈਟ ਬੋਏ, ਹੀ ਇਜ਼ ਨਾਟ ਐਰੋਗੈਂਟ ਬਟ ਹੀ ਇਜ਼ ਇਨਡਿਸਿਪਲਿਨਡ। ਕਿ ਤੁਹਾਡਾ ਸਨ ਜਿਹੜਾ ਆ ਉਹ ਬ੍ਰਾਈਟ ਆ ਪੜ੍ਹਨ 'ਚ, ਐਰੋਗੈਂਟ ਵੀ ਨਹੀਂ ਆ, ਅਤੇ ਪਰ ਉਹ ਕੀ ਆ, ਡਿਸਿਪਲਿਨ 'ਚ ਨਹੀਂ ਰਹਿੰਦਾ, ਇਨਡਿਸਿਪਲਿਨਡ ਪਰਸਨ ਆ। If only he came to class regularly and attend the lab, I am sure he can get a rank। ਕਹਿੰਦੇ ਜੇਕਰ, ਸਿਰਫ ਜੇਕਰ ਉਹ ਕਲਾਸ ਰੈਗੂਲਰ ਲਗਾਵੇ ਅਤੇ ਅਟੈਂਡ ਕਰੇ ਕਿਹਨੂੰ? ਲੈਬ ਕਲਾਸ ਨੂੰ। ਤਾਂ ਕਹਿੰਦੇ ਮੈਂ ਸ਼ੋਰਲੀ ਕਹਿੰਦੀ ਹਾਂ, ਟੀਚਰ ਕਹਿ ਰਿਹਾ ਮੈਂ ਪੱਕਾ ਕਹਿੰਦੀ ਹਾਂ ਕਿ ਉਹ ਕੀ ਕਰੇਗਾ? ਰੈਂਕ ਕਰ ਜਾਏਗਾ। ਇੱਕ ਮਤਲਬ ਰੈਂਕ ਲਾਈਕ ਜਿੱਦਾਂ ਆਪਾਂ ਕਹਿੰਦੇ ਹੁੰਦੇ ਨਾ ਫਸਟ, ਸੈਕਿੰਡ, ਥਰਡ, ਫਸਟ ਡਿਵੀਜ਼ਨ ਵਾਈਜ਼ ਉਹ ਆ ਰਿਹਾ ਕਿ ਅੱਛੇ ਮਾਰਕਸ ਲੈ ਕੇ ਪਾਸ ਹੋ ਜਾਂਦਾ, ਬਟ ਫਸਟ ਰੈਂਕ ਵੀ ਉਹ ਲੈ ਸਕਦਾ ਜੇਕਰ ਉਹ ਰੈਗੂਲਰ ਰਵੇ। ਆਈ ਹੈਵ ਫੇਲ ਟੂ ਕਨਵਿੰਸ ਹਿਮ। ਕਨਵਿੰਸ ਹੁੰਦਾ ਮਨਾਉਣਾ, ਵਿਸ਼ਵਾਸ ਦਿਵਾਉਣਾ। ਕਹਿੰਦੇ ਮੈਂ ਉਹਨੂੰ ਮਨਾ ਕੇ ਥੱਕ ਗਈ ਹਾਂ। ਆਈ ਵਿਲ be happy if you could look into the matter more seriously because this is going to affect his life
I said to him, ਕਹਿੰਦੇ ਕਿ ਮੈਂ ਬਹੁਤ ਖੁਸ਼ ਹੋਵਾਂਗੀ ਇਸ ਗੱਲ ਤੋਂ ਕਿ ਜੇਕਰ ਇਹ ਇਸ ਗੱਲ ਨੂੰ ਸੀਰੀਅਸ ਲਵੇ ਅਤੇ ਜੇਕਰ ਇਸ ਮੈਟਰ ਨੂੰ ਧਿਆਨ ਨਾਲ ਮਤਲਬ ਕਿ ਦੇਖਿਆ ਜਾਵੇ, ਕਿਉਂਕਿ ਕਹਿੰਦੇ ਇਹਦੀ ਜ਼ਿੰਦਗੀ ਦਾ ਇੱਕ ਲਾਈਕ ਇਫੈਕਟ ਪੈਣਾ, ਇਹਦੀ ਲਾਈਫ 'ਤੇ ਇੱਕ ਇਫੈਕਟ ਪੈਣਾ। ਇਹ ਸਾਰੀਆਂ ਗੱਲਾਂ ਕਹਿੰਦੇ ਮੈਂ ਉਹਨਾਂ ਨੂੰ ਕਹੀਆਂ। Hassan's father was a busy man and did not like my words very seriously. And did not take my words very seriously, sorry. ਕਹਿੰਦੇ ਹਸਨ ਦੇ ਫਾਦਰ ਕੀ ਆ, ਇੱਕ ਬਿਜ਼ੀ ਪਰਸਨ ਸੀਗੇ, ਇਸ ਕਰਕੇ ਉਹਨਾਂ ਨੇ ਮੇਰੇ ਸ਼ਬਦਾਂ ਨੂੰ ਤਾਂ ਸੀਰੀਅਸਲੀ ਲਿਆ ਹੀ ਨਹੀਂ। He said, as long as he does well, that is fine with me, because after a certain age, children do not listen to their parents, only life will teach them. ਮਤਲਬ ਕੀ ਆ, ਇਹਦਾ ਮਤਲਬ ਇਹ ਆ ਕਿ ਹਸਨ ਦੇ ਫਾਦਰ ਸਾਹਿਬ ਕਹਿੰਦੇ ਆ ਕਿ ਮਤਲਬ ਜੋ ਵੀ ਚੱਲ ਰਿਹਾ ਇਹ ਸਭ ਠੀਕ ਆ, ਇੱਕ ਉਮਰ 'ਚ ਆ ਕੇ ਬੱਚੇ ਇੱਦਾਂ ਕਰਦੇ ਹੀ ਆ, ਪਰ ਜਦੋਂ ਇਹ ਜਿੱਦਾਂ ਜਿੱਦਾਂ ਵੱਡਾ ਹੋ ਜਾਊਗਾ, ਜ਼ਿੰਦਗੀ ਸਿਰਫ ਇਹਨੂੰ ਟੀਚ ਕਰ ਸਕਦੀ, ਜ਼ਿੰਦਗੀ ਹੀ ਸਿਰਫ ਇਹਨੂੰ ਸਿਖਾ ਸਕਦੀ ਆ, ਜ਼ਿੰਦਗੀ ਹੀ ਇਹਨੂੰ ਅਸਲ ਦੇ ਵਿੱਚ ਲੈਸਨ ਦਊਗੀ। ਸੋ ਇਹਨੇ ਇੱਕ ਨਾ ਇੱਕ ਦਿਨ ਆਪਣੇ ਆਪ ਸਹੀ ਹੋ ਹੀ ਜਾਣਾ ਆ, ਠੀਕ। But his mother was in tears. ਪਰ ਉਹਦੇ ਮਾਤਾ ਜੀ ਕੀ ਆ, ਰੋਣ ਲੱਗ ਜਾਂਦੇ ਆ। Madam, I have failed as a mother. He does not listen to me at all. He spends all night listening to music and chatting with his friends. He sleeps at 6 in the morning. How can he come to any class? He does not pay any attention to what I say and tells me. I repeat the same thing always. ਇਹ ਸਾਰੀਆਂ ਲਾਈਨਸ ਹਸਨ ਦੇ ਮਦਰ ਕਹਿੰਦੇ ਆ। ਉਹਦੇ ਮਦਰ ਕੀ ਕਹਿੰਦੇ ਆ ਕਿ ਮੈਡਮ ਮੈਂ ਤਾਂ ਇੱਕ ਮਾਂ ਹੁੰਦਿਆਂ ਹੋਇਆ ਵੀ ਇੱਕ ਐਜ਼ ਅ ਮਦਰ ਵੀ ਮੈਂ ਫੇਲੀਅਰ ਹਾਂ ਇਸ ਚੀਜ਼ 'ਚ, ਕਿਸ ਚੀਜ਼ 'ਚ ਕਿ ਇਹਨੂੰ ਮੈਂ ਮਨਾ ਨਹੀਂ ਸਕਦੀ, ਸਮਝਾ ਨਹੀਂ ਸਕਦੀ। ਫਿਰ ਉਹ ਕਹਿੰਦੇ ਆ ਹੀ ਡਜ਼ ਨਾਟ ਲਿਸਨ ਟੂ ਮੀ ਐਟ ਆਲ, ਉਹ ਮੈਨੂੰ ਧਿਆਨ ਨਾਲ ਸੁਣਦਾ ਹੀ ਨਹੀਂ ਆ, ਮੇਰਾ ਕਹਿਣਾ ਹੀ ਨਹੀਂ ਮੰਨਦਾ ਆ। ਹੀ ਸਪੈਂਡਸ ਆਲ ਨਾਈਟ ਲਿਸਨਿੰਗ ਟੂ ਮਿਊਜ਼ਿਕ, ਉਹ ਸਾਰੀ ਰਾਤ ਮਿਊਜ਼ਿਕ ਸੁਣਦਾ ਰਹਿੰਦਾ ਆ, ਚੈਟਿੰਗ ਕਰਦਾ ਰਹਿੰਦਾ ਆਪਣੇ ਫਰੈਂਡਸ ਦੇ ਨਾਲ। ਹੀ ਸਲੀਪਸ ਐਟ 6 in the morning, ਉਹ ਸਵੇਰ ਦੇ 6 ਵਜੇ ਸੌਂਦਾ ਆ। ਹਾਊ ਕੈਨ ਹੀ ਕਮ ਟੂ ਐਨੀ ਕਲਾਸ, ਕਹਿੰਦੇ ਫਿਰ ਉਹ ਕਿੱਦਾਂ ਕੋਈ ਕਲਾਸ ਅਟੈਂਡ ਕਰ ਸਕਦਾ। ਹੀ ਡਜ਼ ਨਾਟ ਪੇ ਐਨੀ ਅਟੈਂਸ਼ਨ ਟੂ ਵਟ ਆਈ ਸੇ, ਕਹਿੰਦੇ ਆ ਕਿ ਜੋ ਵੀ ਮੈਂ ਉਹਨੂੰ ਕਹਿੰਦੀ ਹਾਂ ਉਸ ਚੀਜ਼ 'ਤੇ ਅਟੈਂਸ਼ਨ ਨਹੀਂ ਪੇ ਕਰਦਾ, ਠੀਕ। ਐਂਡ ਟੈਲਸ ਮੀ ਆਈ ਰਿਪੀਟ ਦ ਸੇਮ ਥਿੰਗ ਆਲਵੇਜ਼, ਅਤੇ ਮੈਨੂੰ ਇਹ ਵੀ ਕਹਿੰਦਾ ਆ ਕਿ ਮੈਂ ਹਰ ਵਾਰੀ ਉਹੀ ਗੱਲਾਂ ਕੀ ਕਰਦੀ ਰਹਿੰਦੀ ਹਾਂ, ਰਿਪੀਟ ਕਰਦੀ ਰਹਿੰਦੀ, ਦੁਹਰਾਉਂਦੀ ਰਹਿੰਦੀ ਬਾਰ-ਬਾਰ, ਠੀਕ। The meeting ended in an argument between his parents. His father said, ਕਹਿੰਦੇ ਜਿਹੜੀ ਮੀਟਿੰਗ ਸੀਗੀ ਉਹ ਪੇਰੈਂਟਸ ਦੇ ਵਿੱਚ ਕੀ ਆ, ਇੱਕ ਝਗੜਾ, ਇੱਕ ਵਿਵਾਦ, ਇੱਕ ਲੜਾਈ ਦਾ ਹੀ ਮਤਲਬ ਕਿ ਉੱਥੇ ਲੜਾਈ 'ਤੇ ਹੀ ਜਾ ਕੇ ਮੁੱਕੀ, ਯਾਨੀ ਕਿ ਉਹਦਾ ਕੋਈ ਹੱਲ ਨਹੀਂ ਨਿਕਲਿਆ, ਉਹਦੇ ਨਾਲ ਉਲਟਾ ਕੀ ਲੜਾਈ ਹੋ ਗਈ, ਠੀਕ। ਹਿਸ ਫਾਦਰ ਸੈਡ, ਉਹਦੇ ਫਾਦਰ ਕਹਿੰਦੇ ਆ ਯੂ ਆਰ ਦਾ ਮਦਰ, it is your duty to correct him. You should spend more time with him. I am so busy. You have failed. I hope ਤੁਹਾਨੂੰ ਲਾਈਨਸ ਦਾ ਮੀਨਿੰਗ ਸਮਝ ਲੱਗ ਹੀ ਗਿਆ ਹੋਊਗਾ। ਉਹ ਕਹਿ ਰਹੇ ਸੀ ਕਿ ਤੂੰ ਇੱਕ ਮਾਂ ਆ, ਤੇਰੀ ਡਿਊਟੀ ਇਹਨੂੰ ਕਰੈਕਟ ਕਰਨਾ, ਤੂੰ ਇਹਦੇ ਨਾਲ ਜ਼ਿਆਦਾ ਸਮਾਂ ਰਹਿੰਦੀ ਆ ਅਤੇ ਤੈਨੂੰ ਇਹ ਨਾਲ ਜ਼ਿਆਦਾ ਸਮਾਂ ਸਪੈਂਡ ਕਰਨਾ ਚਾਹੀਦਾ ਆ। ਯੂ ਸ਼ੁੱਡ ਸਪੈਂਡ ਕਰਨਾ ਚਾਹੀਦਾ। ਮੈਂ ਬਿਜ਼ੀ ਹਾਂ ਅਤੇ ਤੂੰ ਕੀ ਆ, ਇੱਕ ਫੇਲੀਅਰ ਆ ਐਜ਼ ਅ ਮਦਰ। ਹਿਜ਼ ਮਦਰ ਸੈਡ, You are the father. It is difficult to control boys. You can speak to him man to man. Earning money is not the only thing in life. ਉਹਦੇ ਮਾਤਾ ਜੀ ਕੀ ਕਹਿੰਦੇ ਆ ਕਿ ਤੁਸੀਂ ਫਾਦਰ ਆ, ਕਿ ਇਹ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਕਿ ਬੋਇਜ਼ ਨੂੰ ਕੰਟਰੋਲ ਕਰਨਾ। ਕਹਿੰਦੇ ਤੁਸੀਂ ਉਹਨੂੰ ਉਹਦੇ ਨਾਲ ਮਤਲਬ ਇੱਕ ਆਦਮੀ ਦੇ ਤੌਰ 'ਤੇ ਇੱਕ ਆਦਮੀ ਦੇ ਤਰੀਕੇ ਨਾਲ ਗੱਲ ਕਰ ਸਕਦੇ ਹਾਂ, ਅੱਛੇ ਤਰੀਕੇ ਨਾਲ ਮੈਨ ਟੂ ਮੈਨ ਕਨਵਰਸੇਸ਼ਨ ਕਰ ਸਕਦੇ ਹਾਂ, ਰਾਈਟ। ਕਹਿੰਦੇ ਸਿਰਫ ਜ਼ਿੰਦਗੀ ਦਾ ਇੱਕ ਕੰਮ ਪੈਸਾ ਕਮਾਉਣਾ ਹੀ ਨਹੀਂ ਆ, ਓਨਲੀ ਥਿੰਗ ਕੀ ਨਹੀਂ ਹੈਗੀ ਆ, ਅਰਨਿੰਗ ਮਨੀ ਓਨਲੀ ਥਿੰਗ ਨਹੀਂ ਆ ਜ਼ਿੰਦਗੀ 'ਚ, ਹੋਰ ਵੀ ਕਹਿੰਦੀ ਬਥੇਰੀਆਂ ਚੀਜ਼ਾਂ ਆ, ਤੁਸੀਂ ਉਹਨਾਂ 'ਤੇ ਵੀ ਕੀ ਕਰੋ, ਫੋਕਸ ਕਰੋ। ਦਿਸ ਕੰਟੀਨਿਊਡ for a while and the meeting ended fruitlessly.
ਯਾਨੀ ਕਿ ਆਪਾਂ ਕਹਿ ਸਕਦੇ ਵੇਨ ਜਾਂ ਲਾਈਕ ਬੇਕਾਰ, ਜਿਹਦਾ ਕੋਈ ਰਿਜ਼ਲਟ ਹੀ ਨਹੀਂ ਆਇਆ, ਕੋਈ ਐਸੈਂਸ ਹੀ ਨਹੀਂ ਨਿਕਲਿਆ, ਜਿਹਦਾ ਕੋਈ ਸਿੱਟੇ 'ਤੇ ਨਹੀਂ ਆਪਾਂ ਪਹੁੰਚ ਸਕੇ, ਸਾਨੂੰ ਕੁਛ ਮਿਲਿਆ ਹੀ ਨਹੀਂ ਜਿਹਦੇ ਤੋਂ, ਠੀਕ ਹੈ। ਸੋ ਮੀਟਿੰਗ ਦਾ ਅੰਤ ਕਿੱਦਾਂ ਨਿਕਲਦਾ ਆ? ਖਾਲੀ, ਫੋਕਾ, ਫਰੂਟਲੈਸ ਨਿਕਲਦਾ ਆ, ਜਿਹਦਾ ਕੋਈ ਨਤੀਜਾ ਹੀ ਨਹੀਂ ਹੁੰਦਾ। Hassan continued in his ways till he passed out of his course as usual in the first class. He was a nice boy. He came and thanked me. ਕਹਿੰਦੇ ਹਸਨ ਕੀ ਆ, ਇੱਦਾਂ ਹੀ ਕਰਦਾ ਰਹਿੰਦਾ ਆਪਣੀਆਂ, ਮਤਲਬ ਇੱਦਾਂ ਹੀ ਆਪਣੀ ਪੜ੍ਹਾਈ ਕਰਦਾ ਰਹਿੰਦਾ ਅਤੇ ਉਹਦਾ ਕੋਰਸ ਜਿਹੜਾ ਕੰਪਲੀਟ ਹੋ ਜਾਂਦਾ ਆ ਅਤੇ ਹਮੇਸ਼ਾ ਦੀ ਤਰ੍ਹਾਂ ਫਸਟ ਆਉਂਦਾ। ਅਤੇ ਕਹਿੰਦੇ ਹਸਨ ਇੱਕ ਅੱਛਾ ਬੋਆਏ ਸੀ ਅਤੇ ਉਹ ਮੈਨੂੰ ਕੀ ਕਹਿਣਾ ਆਉਂਦਾ ਆ? ਥੈਂਕ ਯੂ ਕਹਿਣਾ ਆਉਂਦਾ, ਮੇਰਾ ਧੰਨਵਾਦ ਕਰਦਾ ਆ। Madam, thank you for teaching me for the last 3 years. Because of you, your kind heart, I could get all my attendance. I wish all teachers were like you in the college. ਉਹਦੇ ਵਰਡਸ ਕੀ ਆ ਕਿ ਮੈਡਮ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਿਛਲੇ 3 ਸਾਲਾਂ ਤੋਂ ਮੈਨੂੰ ਪੜ੍ਹਾ ਰਹੇ ਹੋ, ਤੁਹਾਡਾ ਦਿਲ ਬਹੁਤ ਕਾਇੰਡ ਆ। ਕਾਇੰਡ ਕੀ ਹੁੰਦਾ? ਦਿਆਲੂ ਆ। ਅਤੇ ਤੁਸੀਂ ਮੇਰੀਆਂ ਅਟੈਂਡੈਂਸ ਨੂੰ ਰੈਗੂਲਰ ਕਰਦੇ ਰਹੇ, ਮਤਲਬ ਮੈਨੂੰ ਅਟੈਂਡੈਂਸ ਦਿੰਦੇ ਰਹੇ, ਜਿਹਦੇ ਕਰਕੇ ਮੈਂ ਬੈਠਦਾ ਰਿਹਾ ਪੇਪਰ 'ਚ। ਕਹਿੰਦਾ ਮੈਂ ਆਸ ਕਰਦਾ ਹਾਂ ਕਿ ਕਾਲਜ ਦੇ ਵਿੱਚ ਸਾਰੇ ਟੀਚਰਸ ਤੁਹਾਡੇ ਵਰਗੇ ਹੀ ਹੁੰਦੇ, ਕਾਸ਼, ਮੇਰੀ ਇੱਛਾ ਆ ਇਹ ਵੀ, ਕਾਸ਼ ਸਾਰੇ ਟੀਚਰਸ ਹੀ ਤੁਹਾਡੇ ਵਰਗੇ ਦਿਆਲੂ ਹੁੰਦੇ। ਆਈ ਲਾਫਡ, ਕਹਿੰਦੇ ਮੈਂ ਹੱਸਦੀ ਹਾਂ। ਗੋਡ ਵਿਲਿੰਗ ਵੀ ਵਿਲ ਮੀਟ ਅਗੇਨ, ਕਿ ਮੈਂ ਮਤਲਬ ਸਮਾਈਲ ਕਰਦੀ, ਖੁਸ਼ ਹੁੰਦੀ, ਹੱਸਦੀ ਹਾਂ ਉਹਦੀ ਗੱਲ ਸੁਣ ਕੇ, ਅਤੇ ਨਾਲੇ ਮੈਂ ਕਹਿੰਦੀ ਹਾਂ ਵੀ ਰੱਬ ਭਲਾ ਕਰੇ ਅਤੇ ਅਸੀਂ ਦੁਬਾਰਾ ਕਦੇ ਲਾਈਫ 'ਚ ਮਿਲੀਏ। ਬਟ ਆਈ ਡਿਡ ਨਾਟ ਮੀਟ ਹਸਨ ਫੋਰ ਅ ਲੌਂਗ ਟਾਈਮ ਐਂਡ ਫੋਰਗੋਟ ਆਲ ਅਬਾਊਟ ਹਿਮ। ਕਹਿੰਦੇ ਮੈਂ ਉਸ ਤੋਂ ਬਾਅਦ ਹਸਨ ਨੂੰ ਦੁਬਾਰਾ ਨਹੀਂ ਮਿਲੀ, ਕਾਫੀ ਸਮੇਂ ਤੱਕ ਨਹੀਂ ਮਿਲੀ, ਅਤੇ ਮੈਂ ਈਵਨ ਕਿ ਹਸਨ ਬਾਰੇ ਭੁੱਲ ਵੀ ਗਈ ਸੀ। ਫੋਰਗੋਟ ਹੁੰਦਾ ਭੁੱਲਣਾ। ਈਅਰਸ ਪਾਸਡ, ਸਮਾਂ ਬੀਤਦਾ ਗਿਆ, ਸਾਲਾਂ ਦੇ ਸਾਲ ਨਿਕਲਦੇ ਗਏ। ਆਈ ਟਾਟ ਮੈਨੀ ਸਟੂਡੈਂਟਸ, ਮੈਂ ਕਈ ਬੱਚਿਆਂ ਨੂੰ ਪੜ੍ਹਾਇਆ। ਸਮ ਆਫ ਦੈਮ became very good human beings, some became famous, some became rich and some remained ordinary. ਉਹਨਾਂ ਵਿੱਚ ਕਈ ਲੋਕ ਤਾਂ ਕਹਿੰਦੇ ਬਹੁਤ ਅੱਛੇ ਇਨਸਾਨ ਬਣ ਗਏ, ਕਈ ਬਹੁਤ ਫੇਮਸ ਹੋ ਗਏ, ਕਈ ਰਿਚ ਹੋ ਗਏ। ਆਈ ਥਿੰਕ ਤੁਹਾਨੂੰ ਫੇਮਸ ਦਾ ਮੀਨਿੰਗ ਤਾਂ ਪਤਾ ਹੀ ਹੋਣਾ, ਰਿਚ ਦਾ ਮੀਨਿੰਗ ਵੀ ਪਤਾ ਹੋਏਗਾ ਨਾ ਬੱਚੋ। ਐਂਡ ਸਮ ਰਿਮੇਨਡ ਆਰਡੀਨਰੀ। ਆਰਡੀਨਰੀ ਕੀ ਹੁੰਦਾ? ਲਾਈਕ ਆਮ ਹੀ ਰਹਿ ਗਏ ਕੁਛ ਲੋਕ। ਐਜ਼ ਫਾਰ ਐਜ਼ ਰਿਮੇਨਡ ਕੀ ਹੁੰਦਾ? ਰਹਿਣਾ, ਬਚਣਾ, ਠੀਕ ਹੈ, ਬਚ ਜਾਣਾ, ਰਹਿ ਜਾਣਾ ਕਿਸੇ ਚੀਜ਼ ਦੇ, ਜੋ ਮਤਲਬ ਕਿ ਸਿਚੁਏਸ਼ਨ ਹੋ ਚੁੱਕੀ ਹੋਵੇ ਜਾਂ ਕੁਛ ਰਹਿ ਚੁੱਕਾ ਹੋਵੇ, ਉਹਨੂੰ ਆਪਾਂ ਰਿਮੇਨਡ ਕਹਿੰਦੇ ਹਾਂ। ਐਜ਼ ਫਾਰ ਐਜ਼ ਆਈ ਵਾਜ਼ ਕੰਸਰਨ ਦੇ ਵਰ ਲਾਈਕ ਮਾਈ ਚਿਲਡਰਨ। ਕਹਿੰਦੇ ਮੈਨੂੰ ਇੱਦਾਂ ਹੀ ਲੱਗਣ ਲੱਗ ਪਿਆ, ਜਿੱਦਾਂ ਜਿੱਦਾਂ ਮੈਂ ਆਪਣੀ ਲਾਈਫ 'ਚ ਅੱਗੇ ਅੱਗੇ ਵੱਧਦੀ ਗਈ, ਮੈਨੂੰ ਇੱਦਾਂ ਹੀ ਲੱਗਣ ਲੱਗ ਪਿਆ ਕਿ ਇਹ ਸਾਰੇ ਕੀ ਹੈ? ਮੇਰੇ ਆਪਣੇ ਹੀ ਬੱਚੇ ਆ। ਸਮ ਰਿਮੈਂਬਰ ਮੀ ਸਟਿਲ ਐਂਡ ਸੈਂਡ ਇਨਵੀਟੇਸ਼ਨਸ ਟੂ ਵੈਡਿੰਗਸ, ਨੇਮਿੰਗ ਸੈਰਮਨੀਜ਼, ਹਾਊਸ ਵਾਰਮਿੰਗਸ ਐਟਸੈਟਰਾ। ਕਹਿੰਦੇ ਉਹਨਾਂ ਵਿੱਚੋਂ ਬਹੁਤ ਸਾਰੇ ਕੁਝ ਬੱਚੇ ਤਾਂ ਮੈਨੂੰ ਹਾਲੇ ਤੱਕ ਵੀ ਯਾਦ ਕਰਦੇ ਆ ਅਤੇ ਮੈਨੂੰ ਇਨਵੀਟੇਸ਼ਨਸ ਭੇਜਦੇ ਆ ਆਪਣੇ ਵਿਆਹਾਂ 'ਤੇ ਜਾਂ ਨੇਮਿੰਗ ਸੈਰਮਨੀਜ਼ 'ਤੇ। ਨੇਮਿੰਗ ਸੈਰਮਨੀਜ਼ ਕੀ ਹੁੰਦੀ ਆ? ਜਿੱਦਾਂ ਕਿਸੇ ਬੱਚੇ ਦਾ ਬਰਥ ਹੋਇਆ ਹੁੰਦਾ, ਉਹਨਾਂ ਦੇ ਨੇਮ ਰੱਖਦੇ ਆ, ਅਤੇ ਕਈਆਂ ਦੇ ਤਾਂ ਬਹੁਤ ਚਲੋ ਉਹਦੇ ਨਾਲ ਰੱਖਦੇ ਆ, ਲਾਈਕ ਧੂਮ ਧਾਮ ਦੇ ਨਾਲ, ਪਹਿਲਾਂ ਮਤਲਬ ਕਿ ਕੋਈ ਪੂਜਾ ਵਗੈਰਾ ਹੁੰਦੀ ਆ, ਫਿਰ ਸਭ ਕੁਛ ਇੱਦਾਂ ਸੈਰਮਨੀਜ਼ ਹੁੰਦੀਆਂ, ਠੀਕ ਹੈ। ਅਤੇ ਹਾਊਸ ਵਾਰਮਿੰਗਸ ਕੀ ਹੁੰਦਾ ਹੈ? ਹਾਊਸ ਵਾਰਮਿੰਗਸ ਯਾਨੀ ਕਿ ਕੋਠੀ ਦੀ ਚੱਠ ਨਹੀਂ, ਜਿਹਨੂੰ ਆਪਾਂ ਕਹਿ ਦਿੰਦੇ ਲਾਈਕ ਓਪਨਿੰਗ ਕਹਿ ਲਓ, ਓਪਨਿੰਗ ਸੈਰਮਨੀਜ਼। ਇਹ ਸਾਰੀਆਂ ਚੀਜ਼ਾਂ 'ਤੇ ਕਈ ਸਟੂਡੈਂਟਸ ਮੈਨੂੰ ਇਨਵਾਈਟ ਕਰਦੇ ਆ। ਵੈਸੇ ਇਹ ਗੱਲ ਤਾਂ ਰੀਅਲ ਆ ਕਿ ਜਦੋਂ ਇੱਕ ਬੱਚੇ ਨੂੰ ਟੀਚਰ, ਤੁਸੀਂ ਇੱਕ ਟੀਚਰ ਨੂੰ ਸਟੂਡੈਂਟ ਉਹਨਾਂ ਦੇ ਯਾਦ ਕਰਦੇ ਆ, ਤਾਂ ਟੀਚਰ ਲਈ ਸਭ ਤੋਂ ਵੱਡਾ ਰਿਗਾਰਡ ਉਹ ਹੀ ਹੁੰਦਾ ਆ। ਇੱਕ ਟੀਚਰ ਲਈ ਰਿਗਾਰਡ ਸਭ ਤੋਂ ਵੱਡਾ ਉਹ ਹੁੰਦਾ ਜਦੋਂ ਟੀਚਰ ਤੋਂ ਅੱਗੇ ਬੱਚਾ ਜਾਵੇ। ਸਪੋਜ਼ ਜਿਹੜੀ ਪੋਜੀਸ਼ਨ 'ਤੇ ਟੀਚਰ ਆ, ਉੱਥੋਂ ਜ਼ਿਆਦਾ ਨੌਲੇਜ ਜੇ ਬੱਚੇ ਨੂੰ ਹੋਵੇ ਨਾ, ਤਾਂ ਟੀਚਰ ਨੂੰ ਇੱਦਾਂ ਲੱਗਦਾ ਵੀ ਮੈਂ ਸਕਸੈਸ ਆ, ਕਿ ਮੈਂ ਇਹਨੂੰ ਪੜ੍ਹਾਇਆ, ਹਾਂ ਮੈਂ ਸਕਸੈਸ ਆ, ਕਿਉਂਕਿ ਮੈਂ ਇਹਨੂੰ ਉਹ ਨੌਲੇਜ ਦਿੱਤੀ ਆ ਜਿੰਨੀ ਮੇਰੇ ਤੋਂ ਸੀਗੀ, ਬਾਕੀ ਇਹਨੇ ਦੁਨੀਆ ਤੋਂ ਸਿੱਖ ਕੇ ਮੇਰੇ ਤੋਂ ਵੀ ਉੱਚਾ ਹੋ ਗਿਆ। ਉਹਦੇ ਵਿੱਚ ਟੀਚਰ ਨੂੰ ਜੋ ਖੁਸ਼ੀ ਮਿਲਦੀ ਆ ਨਾ, ਉਹ ਖੁਸ਼ੀ ਐਕਸਪਲੇਨ ਨਹੀਂ ਕੀਤੀ ਜਾ ਸਕਦੀ, ਰਾਈਟ। ਔਰ ਦੂਸਰੀ ਗੱਲ ਕੀ ਆ? ਇਹੀ ਕਿ ਜਦੋਂ ਟੀਚਰ ਨੂੰ ਕੋਈ ਖੁੱਲ੍ਹੇ ਦਿਲ ਨਾਲ ਮਿਲੇ, ਕੋਈ ਸਟੂਡੈਂਟ ਖੁੱਲ੍ਹੇ ਦਿਲ ਨਾਲ ਮਿਲੇ,
ਆ ਕੇ, ਤਾਂ ਟੀਚਰ ਨੂੰ ਉਦੋਂ ਵੀ ਬਹੁਤ ਅੱਛਾ ਫੀਲ ਹੁੰਦਾ। ਸੌਰੀ ਮੈਂ ਥੋੜ੍ਹੇ ਜਿਹੇ ਪਰਸਨਲਸ ਗੱਲਾਂ 'ਚ ਹੋ ਗਈ। ਇਫ I am in town, I definitely try and attend because for me, their immense love is my strength. This is true. ਇਹ ਬਿਲਕੁਲ ਟਰੂ ਗੱਲ ਲਿਖੀ ਹੈ ਜੋ ਮੈਂ ਤੁਹਾਨੂੰ ਹੁਣੇ ਹੀ ਦੱਸ ਕੇ ਹਟੀ ਹਾਂ। ਉਹਨਾਂ ਨੇ ਬਿਲਕੁਲ ਇਹੀ ਗੱਲ ਕਹੀ, ਕਹਿੰਦੇ ਜੇ ਤਾਂ ਮੈਂ ਟਾਊਨ 'ਚ ਹੋਵਾਂ ਤਾਂ ਮੈਂ ਅਟੈਂਡ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਅਟੈਂਡ ਕਰ ਵੀ ਲੈਂਦੀ ਹਾਂ, ਕਿਉਂਕਿ ਕਹਿੰਦੇ ਉਹਨਾਂ ਦਾ ਪਿਆਰ ਜਿਹੜਾ ਨਾ, ਉਹਨਾਂ ਦੇ ਇਮੈਂਸ ਲਵ, ਉਹਨਾਂ ਦੀ ਜਿਹੜਾ ਅਥਾਹ ਮੁਹੱਬਤ ਆ, ਇਮੈਂਸ ਬਹੁਤ ਜ਼ਿਆਦਾ, ਉਹ ਕੀ ਆ, ਮੇਰੀ ਸਟਰੈਂਥ ਆ। ਇੱਕ ਟੀਚਰ ਦੀ ਸਟਰੈਂਥ ਇਹੀ ਹੁੰਦੀ ਜਦੋਂ ਬੱਚੇ ਰਿਸਪੈਕਟ ਕਰਨ, ਪਿਆਰ ਕਰਨ, ਬੱਚੇ ਟੀਚਰ ਨੂੰ ਫੋਲੋ ਕਰਨ ਕਿ ਹਾਂ ਟੀਚਰ ਸਾਡਾ ਜੋ ਸਾਨੂੰ ਸਮਝਾ ਰਿਹਾ ਸੀ ਉੱਦਾਂ ਸਮਝ ਕੇ ਜਾਈਏ। ਸੋ ਇਹ ਚੀਜ਼ਾਂ ਟੀਚਰ ਲਈ ਬਹੁਤ ਇਫੈਕਟ ਕਰਦੀਆਂ। ਸੋ ਥੈਂਕ ਯੂ ਅੱਜ ਦੀ ਵੀਡੀਓ ਦੇਖਣ ਲਈ। ਆਈ ਹੋਪ ਤੁਹਾਨੂੰ ਮੇਰਾ ਨਿਊ ਸਟਾਈਲ, ਜਿੱਦਾਂ ਕਿ ਮੈਂ ਡਾਇਲੋਗਸ ਜਿਹੜੇ ਬੋਲੇ ਆ, ਆਈ ਹੋਪ ਇਹ ਤੁਹਾਨੂੰ ਅੱਛਾ ਲੱਗਿਆ ਹੋਵੇਗਾ। ਸੋ ਮੈਨੂੰ ਕਮੈਂਟਸ 'ਚ ਦੱਸਿਓ ਜ਼ਰੂਰ। ਜੇ ਅੱਛਾ ਲੱਗਾ ਫਿਰ ਆਪਾਂ ਇਹਨੂੰ ਕੰਟੀਨਿਊ ਕਰਾਂਗੇ, ਅਦਰਵਾਈਜ਼ ਫਿਰ ਮੈਂ ਇਹਨੂੰ ਸਕਿਪ ਕਰ ਦਾਂਗੀ। ਠੀਕ ਹੈ, ਥੈਂਕ ਯੂ ਸੋ ਮਚ।